जी ਆਇਆਂ ਨੂੰ ਪਿਆਰੇ ਵਿਦਿਆਰਥੀਓ। ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 6ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੇਨੀਅਨ, ਉਸ ਦਾ ਲੈਸਨ ਨੰਬਰ 8 ਆਈ ਐਮ ਰਾਈਟਿੰਗ ਅ ਲੈਟਰ। ਉਸ ਦੀ ਐਕਟੀਵਿਟੀ ਨੰਬਰ 1 ਜਿਸ ਦਾ ਸਿਰਲੇਖ ਹੈ ਪ੍ਰੀ ਰੀਡਿੰਗ, ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਆਪਣੀ ਨੋਟਬੁੱਕ ਅਤੇ ਪੈਨ ਲੈ ਲਓ ਅਤੇ ਸਾਰੇ ਸ਼ਬਦਾਂ ਨੂੰ ਬੜੇ ਤਰਤੀਬ ਦੇ ਨਾਲ ਲਿਖ ਲੈਣਾ ਹੈ, ਨਾਲ ਉਹਨਾਂ ਦੇ ਅਰਥ ਲਿਖਣੇ ਨੇ, ਅਤੇ ਜੋ ਮੈਂ ਗੱਲ ਸਮਝਾਵਾਂਗਾ ਉਹਨੂੰ ਧਿਆਨ ਨਾਲ ਸੁਣਨਾ ਹੈ। ਸੋ ਸ਼ੁਰੂ ਕਰੀਏ। ਸੋ ਐਕਟੀਵਿਟੀ ਨੰਬਰ ਹੈਗੀ ਹੈ ਡਿਕਸ਼ਨਰੀ ਰੈਫਰੈਂਸ, ਅਰਥਾਤ ਇਹ 'ਚ ਡਿਕਸ਼ਨਰੀ ਦੀ ਵਰਤੋਂ ਅਸੀਂ ਕੀਤੀ ਹੈ। ਲਰਨਿੰਗ ਨਿਊ ਵਰਡਸ, ਨਵੇਂ ਸ਼ਬਦਾਂ ਦੀ ਸਿਖਲਾਈ। ਸੋ ਐਕਟੀਵਿਟੀ 1 ਕਹਿੰਦੀ ਹੈ ਲੁੱਕ ਅਪ ਦੀ ਫੋਲੋਇੰਗ ਵਰਡਸ ਇਨ ਅ ਡਿਕਸ਼ਨਰੀ। ਕਿਸੇ ਡਿਕਸ਼ਨਰੀ ਵਿੱਚ, ਕਿਸੇ ਸ਼ਬਦਕੋਸ਼ ਵਿੱਚ ਹੇਠ ਲਿਖੇ ਸ਼ਬਦਾਂ ਨੂੰ ਦੇਖੋ। ਯੂ ਸ਼ੁੱਡ ਸੀਕ, ਤੁਹਾਨੂੰ ਲੱਭਣਾ ਚਾਹੀਦਾ ਹੈ, ਭਾਲਣਾ ਚਾਹੀਦਾ ਹੈ, ਖੋਜ ਕਰਨੀ ਚਾਹੀਦੀ ਹੈ। ਦੀ ਫੋਲੋਇੰਗ ਇਨਫੋਰਮੇਸ਼ਨ, ਹੇਠ ਲਿਖੀ ਜਾਣਕਾਰੀ ਹੈ ਜਿਹੜੀ ਇੱਥੇ ਦਿੱਤੀ ਹੋਈ ਹੈ, ਠੀਕ ਹੈ। ਅਬਾਊਟ ਦੀ ਵਰਡਸ, ਇਹਨਾਂ ਸ਼ਬਦਾਂ ਬਾਰੇ। ਐਂਡ ਪੁੱਟ them in your words notebook, ਅਤੇ ਉਸ ਜਾਣਕਾਰੀ ਨੂੰ ਤੁਸੀਂ ਆਪਣੇ ਜੋ ਸ਼ਬਦਾਂ ਵਾਲੀ ਤੁਹਾਡੀ ਨੋਟਬੁੱਕ ਬਣਾਈ ਹੋਈ ਹੈ ਇਸ ਕੰਮ ਲਈ, ਉਹਦੇ ਵਿੱਚ ਇਹਨੂੰ ਦਰਜ ਕਰ ਲੈਣਾ, ਰਿਕਾਰਡ ਕਰ ਲੈਣਾ। ਸੋ ਕਿਹੜੀ ਜਾਣਕਾਰੀ ਹੈ ਬੱਚੋ? ਇੱਕ ਤੇ ਮੀਨਿੰਗ ਆਫ ਦੀ ਵਰਡ ਐਜ਼ ਯੂਜ਼ਡ ਇਨ ਦੀ ਲੈਸਨ। ਸਬਕ ਦੇ ਵਿੱਚ ਜਿਹੜਾ ਸ਼ਬਦ ਹੈ ਉਹ ਕਿਸ ਮਤਲਬ ਵਿੱਚ ਵਰਤਿਆ ਗਿਆ ਹੈ, ਕਿਸ ਅਰਥ ਵਿੱਚ ਵਰਤਿਆ ਗਿਆ ਹੈ, ਇੱਕ ਤੇ ਉਹ ਪਤਾ ਕਰੋ, ਉਹ ਮੈਂ ਤੁਹਾਨੂੰ ਦੱਸਾਂਗਾ। ਫਿਰ ਉਹ ਸ਼ਬਦ ਐਡਜੈਕਟਿਵ ਹੈ ਜਾਂ ਨਾਊਨ ਹੈ ਜਾਂ ਵਰਬ ਹੈ ਜਾਂ ਐਡਵਰਬ ਹੈ, ਉਹ ਵੀ ਪਤਾ ਕਰੋ, ਠੀਕ ਹੈ। ਦੂਸਰੀ ਗੱਲ ਪ੍ਰੋਨਾਂਸੀਏਸ਼ਨ, ਇਸ ਸ਼ਬਦ ਦਾ ਉਚਾਰਨ ਕਿਵੇਂ ਕਰਨਾ ਹੈ, ਉਹ ਜਿਵੇਂ ਮੈਂ ਬੋਲਾਂਗਾ ਤੁਸੀਂ ਧਿਆਨ ਨਾਲ ਸੁਣਨਾ ਹੈ ਅਤੇ ਸੁਣ ਕੇ ਤੁਸੀਂ ਦੁਹਰਾਉਣਾ ਹੈ, ਆਪ ਬੋਲਣ ਦਾ ਅਭਿਆਸ ਕਰਨਾ ਹੈ। ਅਤੇ ਤੀਸਰੀ ਗੱਲ ਸਪੈਲਿੰਗਸ, ਇਹ ਸ਼ਬਦ ਲਿਖੇ ਹੋਏ ਨੇ 6 ਸ਼ਬਦ, ਸੋ ਇਹਨਾਂ ਨੂੰ ਬੜੇ ਧਿਆਨ ਦੇ ਨਾਲ ਕਾਪੀ ਡਾਊਨ ਕਰ ਲਓ, ਉਤਾਰ ਲਓ ਦੇਖ ਕੇ, ਜਿੱਦਾਂ CLER, ਬੜੇ ਧਿਆਨ ਨਾਲ ਦੇਖਣਾ, ਕਾਹਲੀ ਨਹੀਂ ਕਰਨੀ। ਅਤੇ ਫਿਰ ਇਹਨਾਂ ਨੂੰ ਯਾਦ ਕਰਕੇ ਤੁਸੀਂ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਕਰਨਾ ਹੈ ਅਤੇ ਮਿਲਾਨ ਕਰਨਾ ਹੈ। ਇਸ ਤਰ੍ਹਾਂ ਤੁਹਾਡੀ ਸਪੈਲਿੰਗ ਦੀ ਪ੍ਰੈਕਟਿਸ ਹੋਏਗੀ। ਸੋ ਆਓ ਜਾਣੀਏ ਇਹਨਾਂ ਸ਼ਬਦਾਂ ਦੇ ਅਰਥ ਅਤੇ ਉਹ ਕਿਹੜੀ ਪਾਰਟ ਆਫ ਸਪੀਚ ਦੇ ਹਿੱਸਾ ਹਨ, ਠੀਕ ਹੈ। ਸੋ ਪਹਿਲਾ ਸ਼ਬਦ ਹੈ ਕਲੀਅਰਲੀ। ਮੂਲ ਸ਼ਬਦ ਹੈ ਕਲੀਅਰ, ਕਲੀਅਰ ਬਣੇ ਸਾਫ਼, ਸਪਸ਼ਟ, ਠੀਕ ਹੈ। ਸੋ ਉੱਧਰੋਂ ਬਣਿਆ ਕਲੀਅਰਲੀ। ਸੋ ਇਹ ਬੱਚਿਓ ਹੈਗੀ ਹੈ ਐਡਵਰਬ, ਠੀਕ ਹੈ। ਇਹਨੂੰ ਅਸੀਂ ਕਹਿ ਸਕਦੇ ਹਾਂ ਸਫਾਈ ਨਾਲ ਜਾਂ ਸਾਫ਼-ਸਾਫ਼। ਜਿੱਦਾਂ ਮੈਂ ਕਹਾਂ ਰਾਈਟ ਕਲੀਅਰਲੀ, ਸਾਫ਼-ਸਾਫ਼ ਲਿਖੋ, ਸਫਾਈ ਨਾਲ ਲਿਖੋ, ਠੀਕ ਹੈ। ਸੋ ਐਡਵਰਬ ਹੈਗੀ ਹੈ। ਫਿਰ ਲਿਖਣਾ ਤੇ ਹੋਗੀ ਕਿਰਿਆ, ਤੇ ਕਿੱਦਾਂ ਲਿਖੋ? ਸਾਫ਼-ਸਾਫ਼ ਲਿਖੋ। ਜਿੱਦਾਂ ਰਾਈਟ ਲਿਖੋ, ਰਾਈਟ ਕਲੀਅਰਲੀ, ਸਾਫ਼-ਸਾਫ਼ ਲਿਖੋ, ਠੀਕ ਹੈ। ਸੋ ਇਹ ਐਡਵਰਬ ਹੈਗੀ ਹੈ। ਸੋ ਇਹਨੂੰ ਅਸੀਂ ਦੂਜੇ ਸ਼ਬਦਾਂ 'ਚ ਕਹਿ ਸਕਦੇ ਕਲੀਅਰਲੀ ਨੂੰ ਅੰਗਰੇਜ਼ੀ ਨੀਟਲੀ, ਜਿਹਦਾ ਮਤਲਬ ਸਫਾਈ ਨਾਲ, ਆਰਡਰਲੀ ਤਰਤੀਬ ਨਾਲ, ਅੰਡਰਸਟੈਂਡੇਬਲੀ ਅਰਥਾਤ ਇਸ ਢੰਗ ਨਾਲ ਲਿਖੋ ਕਿ ਪੜ੍ਹਨ ਵਾਲੇ ਨੂੰ ਸਮਝ ਆ ਜਾਏ, ਠੀਕ ਹੈ। ਸੋ ਇਹਦਾ ਮਤਲਬ ਹੁੰਦਾ ਹੈ ਕਲੀਅਰਲੀ, ਠੀਕ ਹੈ। ਅੰਡਰਸਟੈਂਡੇਬਲੀ, ਨੀਟਲੀ, ਆਰਡਰਲੀ ਲਿਖ ਸਕਦੇ ਹਾਂ। ਐਂਕਸ਼ੀਅਸ, ਐਂਕਸ਼ੀਅਸ, ਠੀਕ ਹੈ, ਬੋਲਣਾ ਐਂਕਸ਼ੀਅਸ। ਇਹਨੂੰ ਚਿੰਤਾਤੁਰ ਕਹਿ ਸਕਦੇ ਹਾਂ, ਚਿੰਤਾਤੁਰ ਮੈਨੇ ਚਿੰਤਤ, ਫਿਕਰਮੰਦ ਜਾਂ ਬੇਚੈਨ, ਬੇਤਾਬ, ਠੀਕ ਹੈ। ਇਹ ਐਡਜੈਕਟਿਵ ਹੈਗਾ, ਵਿਸ਼ੇਸ਼ਣ ਹੈਗਾ। ਅਤੇ ਇਹਦੇ ਦੂਜੇ ਸ਼ਬਦ ਨੇ ਐਂਕਸ਼ੀਅਸ ਦੇ ਨਰਵਸ, ਅਨਈਜ਼ੀ, ਬੇਚੈਨ, ਚੈਨ ਨਹੀਂ ਹੈਗਾ, ਅਨਕੁਆਇਟ, ਟਿਕ ਕੇ ਟਿਕਾ ਨਹੀਂ ਹੈਗਾ ਜਿੱਦਾਂ ਨਾ, ਉਹਨੂੰ ਐਂਕਸ਼ੀਅਸ, ਠੀਕ ਹੈ। ਸੋ ਟਰੈਵਲਸ, ਮੂਲ ਸ਼ਬਦ ਹੈ ਟਰੈਵਲ, ਸਫ਼ਰ ਕਰਨਾ, ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣਾ। ਇੱਥੇ ਉਹ ਕਹਿ ਰਹੀ ਕਿ ਮੇਰਾ ਪੈਨ ਸਫ਼ਰ ਕਰ ਰਿਹਾ, ਪੈਨ ਤੁਰਦਾ ਪਿਆ। ਜਿਵੇਂ ਜਿਵੇਂ ਲਿਖਦੇ ਹਾਂ ਅਤੇ ਖੱਬੇ ਤੋਂ ਸੱਜੇ, ਸੱਜਾ ਪਾਸਾ ਮੁੱਕ ਗਿਆ, ਫਿਰ ਥੱਲੇ ਆਈਦਾ, ਫਿਰ ਖੱਬੇ ਤੋਂ ਸੱਜੇ, ਫਿਰ ਥੱਲੇ ਆਈਦਾ, ਅਤੇ ਉਹਨੂੰ ਕਹਿੰਦੇ ਮਾਈ ਪੈਨ ਟਰੈਵਲਸ, ਹੈ ਨਾ। ਸੋ ਟਰੈਵਲਸ ਇਹ ਪ੍ਰੈਜ਼ੈਂਟ ਟੈਂਸ ਦੀ ਗੱਲ ਹੈਗੀ, ਇੱਕ ਵਚਨ ਦੀ ਗੱਲ ਹੈ, ਕਿਉਂ ਪੈਨ ਇੱਕ ਹੈਗਾ। ਸੋ ਪ੍ਰੈਜ਼ੈਂਟ ਟੈਂਸ ਹੈਗਾ, ਇਸ ਕਰਕੇ ਵਰਤਿਆ ਗਿਆ ਐਸ। ਸੋ ਟਰੈਵਲਸ ਅਰਥਾਤ ਤੁਰਦਾ ਹੈ, ਚੱਲਦਾ ਹੈ, ਮੇਰਾ ਪੈਨ ਤੁਰ ਰਿਹਾ ਹੈ, ਮੇਰਾ ਪੈਨ ਚੱਲਦਾ ਹੈ। ਇਹ ਕਿਰਿਆ ਹੈ, ਇਹਨੂੰ ਅਸੀਂ ਕਹਿ ਸਕਦੇ ਮੂਵਸ, ਮਾਈ ਪੈਨ ਮੂਵਸ। ਫਿਰ ਹੈਗਾ ਬਲੌਟ, ਇਹ ਵਰਬ ਹੈਗੀ ਹੈ। ਉਹ ਕਹਿੰਦੇ ਨਾ ਆਈ ਬਲੌਟ ਦੀ ਇੰਕ। ਸੋ ਸਿਆਹੀ ਸੁਕਾਉਣੀ, ਕਈ ਵਾਰ ਲਿਖਦੇ ਲਿਖਦੇ ਫਾਊਂਟੇਨ ਪੈਨ ਜਿਹੜੇ ਹੁੰਦੇ ਨੇ ਉਹਦੇ 'ਚੋਂ ਬਹੁਤ ਸਾਰੀ ਸਿਆਹੀ ਬਾਹਰ ਡਿੱਗ ਜਾਂਦੀ ਹੈ, ਅਤੇ ਉਹਨੂੰ ਸੁਕਾਉਣਾ ਬਲੋਟਿੰਗ ਪੇਪਰ ਦੇ ਨਾਲ। ਸੋ ਸਿਆਹੀ ਸੁਕਾਉਣੀ, ਸਿਆਹੀ ਸੋਖਣੀ, ਇਹ ਵਰਬ ਹੈਗੀ ਹੈ। ਇਹਦਾ ਮਤਲਬ ਟੂ ਡਰਾਈ ਇੰਕ ਵਿਦ ਬਲੋਟਿੰਗ ਪੇਪਰ, ਬਲੋਟਿੰਗ ਪੇਪਰ ਦੇ ਨਾਲ ਅਰਥਾਤ ਸਿਆਹੀ ਚੂਸ ਦੇ ਨਾਲ। ਅਸੀਂ ਉਹਨੂੰ ਸਿਆਹੀ ਚੂਸ ਕਹਿੰਦੇ ਹਾਂ ਪੰਜਾਬੀ 'ਚ, ਬਲੋਟਿੰਗ ਪੇਪਰ ਨੂੰ ਅਸੀਂ ਸਿਆਹੀ ਚੂਸ ਕਹਿ ਦਿੰਦੇ ਹਾਂ। ਸਿਆਹੀ ਚੂਸ ਰਾਹੀਂ ਸਿਆਹੀ ਨੂੰ ਸੁਕਾਉਣਾ, ਉਹਨੂੰ ਕਹਿੰਦੇ ਨੇ ਟੂ ਬਲੌਟ, ਠੀਕ ਹੈ। ਬਲੌਟ ਦੇ ਹੋਰ ਮਤਲਬ ਵੀ ਹੁੰਦੇ ਨੇ, ਪਰ ਅਸੀਂ ਬਲੌਟ ਦਾ ਮਤਲਬ ਉਹ ਦੇਖਣਾ ਇੱਥੇ ਜੋ ਸਬਕ ਵਿੱਚ ਵਰਤਿਆ ਗਿਆ, ਠੀਕ ਹੈ। ਆ ਗਿਆ ਪੰਜਵਾਂ ਐਨਵੈਲਪ, ਇਹਨੂੰ ਬੋਲਣਾ ਐਨਵੈਲਪ, ਚਿੱਠੀ ਪਾਉਣ ਲਈ ਲਿਫਾਫਾ। ਸੋ ਨਾਊਨ ਹੈਗਾ, ਇਹ ਵਸਤੂ ਦਾ ਨਾਮ ਹੈ, ਇਟਸ ਅ ਨੇਮ ਆਫ ਅ ਥਿੰਗ। ਸੋ ਨਾਮ ਹੈਗਾ, ਨਾਊਨ ਹੈਗਾ। ਅਤੇ ਇਹਦੀ ਐਕਸਪਲੇਨੇਸ਼ਨ ਅੰਗਰੇਜ਼ੀ 'ਚ ਲਿਖ ਸਕਦੇ ਫਲੈਟ, ਫਲੈਟ ਮੈਨੇ
पधरा पतला जैसा, फ्लैट रैक्टेंगुलर, रैक्टेंगुलर मैंने आयतकार, कंटेनर मतलब जिह च पाई जा सके फॉर अ लैटर, चिट्ठी पाने लई लिफाफा, ठीक है। सो एक है टर्न ओवर है, मुहावरा है बच्चों, फ्रेज है टर्न ओवर अर्थात पलटना ਜਾਂ ਪਾਸਾ ਪਰਤਣਾ। ਅਸੀਂ ਪਹਿਲਾਂ ਚਿੱਠੀ ਇੱਕ ਪਾਸੇ ਲਿਖਦੇ ਹਾਂ ਜਾਂ ਕੋਈ ਲਿਖਦੇ ਹਾਂ, ਫਿਰ ਅਸੀਂ ਪਾਸਾ ਪਲਟਦੇ ਹਾਂ, ਹੈ ਨਾ, ਟਰਨ ਓਵਰ ਲਿਖਿਆ ਹੁੰਦਾ। ਤੁਸੀਂ ਦੇਖੋ ਥੱਲੇ ਕਈ ਕਿਤਾਬਾਂ 'ਚ ਗਾਈਡੈਂਸ ਲਿਖਿਆ ਹੁੰਦਾ, ਥੱਲੇ ਕੋਲ ਨੇ PTO, PTO ਇਹਦਾ ਨਾ ਪਲੀਜ਼ ਟਰਨ ਓਵਰ, ਕਿਰਪਾ ਕਰਕੇ ਪਾਸਾ ਪਰਤੋ, ਪੰਨਾ ਪਲਟੋ, ਠੀਕ ਹੈ। ਸੋ ਟਰਨ ਓਵਰ ਮੈਨੇ ਹੁੰਦਾ ਹੈ ਵਰਬ ਹੈਗੀ ਹੈ, ਕਿਰਿਆ ਹੈਗੀ ਹੈ, ਤੇ ਅੰਗਰੇਜ਼ੀ 'ਚ ਐਕਸਪਲੇਨ ਕਰਨਾ ਟਰਨ ਅਪਸਾਈਡ ਡਾਊਨ। ਹੁਣ ਟਰਨ ਅਪਸਾਈਡ ਦਾ ਮਤਲਬ ਕਿ ਜਿਹੜੀ ਉੱਪਰਲਾ ਪਾਸਾ ਥੱਲੇ ਕਰ ਦਿਓ ਤੇ ਥੱਲੜਾ ਪਾਸਾ ਉੱਪਰ ਕਰ ਦਿਓ। ਅਸੀਂ ਇੱਦਾਂ ਹੀ ਕਰਦੇ ਨਾ, ਮੰਨ ਲਓ ਮੈਂ ਵਰਕੇ ਦੇ ਦੋਨੋਂ ਪਾਸੇ ਲਿਖਣਾ ਹੈ ਤੇ ਪਹਿਲੇ ਮੈਂ ਉੱਤੇ ਲਿਖਿਆ ਤੇ ਫਿਰ ਮੈਂ ਕੀ ਕੀਤਾ, ਜਿਹੜਾ ਉੱਪਰਲਾ ਪਾਸਾ ਸੀ ਉਹਨੂੰ ਮੈਂ ਥੱਲੇ ਕਰਤਾ ਤੇ ਥੱਲੜਾ ਪਾਸਾ ਉੱਪਰ ਆ ਗਿਆ। ਇਸ ਚੀਜ਼ ਨੂੰ ਅੰਗਰੇਜ਼ੀ 'ਚ ਕਹਿੰਦੇ ਟੂ ਟਰਨ ਅਪਸਾਈਡ ਡਾਊਨ। ਦੇਖੋ ਬੱਚੋ ਕਿੰਨੀ ਵਧੀਆ ਚੀਜ਼ਾਂ ਸਿੱਖਣ ਨੂੰ ਮਿਲ ਰਹੀਆਂ। ਸੋ ਅਸੀਂ ਕਹਿੰਦੇ ਟਰਨ ਓਵਰ ਵੀ ਕਹਿ ਦਿੰਦੇ ਹਾਂ ਤੇ ਉਹਨੂੰ ਕਹਿੰਦੇ ਟਰਨ ਅਪਸਾਈਡ ਡਾਊਨ। ਅਪਸਾਈਡ ਮਾਨੇ ਉੱਪਰਲੀ ਸਾਈਡ ਨੂੰ ਥੱਲੇ ਕਰ ਦਿਓ ਤੇ ਥੱਲੜੀ ਆਪੇ ਉੱਪਰ ਆ ਜਾਏਗੀ। ਸੋ ਟੂ ਟਰਨ ਅਪਸਾਈਡ ਡਾਊਨ ਅਸੀਂ ਕਹਿੰਦੇ ਜਾਂ ਟਰਨ ਓਵਰ, ਪਲੀਜ਼ ਟਰਨ ਓਵਰ ਯੋਰ ਸ਼ੀਟ। ਆਪਣੇ ਪੇਪਰ ਦਾ ਵਰਕਾ ਹੈ ਉਹਨੂੰ ਟਰਨ ਓਵਰ ਕਰੋ ਅਰਥਾਤ ਥੱਲੜਾ ਪਾਸਾ ਉੱਪਰ ਲੈ ਆਓ, ਠੀਕ ਹੈ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ 6 ਸ਼ਬਦ, ਉਹਨਾਂ ਦੀ ਜਾਣਕਾਰੀ, ਉਹਨਾਂ ਦੇ ਅਰਥ ਤੇ ਉਹ ਨਾਊਨ ਨਾਊਨ ਹੈਗੇ ਨੇ, ਵਰਬ ਹੈਗੇ ਨੇ, ਐਡਜੈਕਟਿਵ ਹੈਗੇ ਨੇ, ਐਡਵਰਬ ਹੈਗੇ ਨੇ, ਉਹ ਵੀ ਅਸੀਂ ਜਾਣਿਆ। ਸੋ ਇਸ ਤਰ੍ਹਾਂ ਸਹਿਜੇ ਸਹਿਜੇ ਹੌਲੀ ਹੌਲੀ ਕਰਦੇ ਕਰਦੇ ਤੁਸੀਂ ਇਹ ਸਾਰੀ ਗੱਲਾਂ ਨੂੰ, ਭੰਡਾਰ ਨੂੰ, ਸ਼ਬਦਾਂ ਨੂੰ ਆਪਣਾ ਵਧਾਈ ਜਾਓ ਨਿਰੰਤਰ, ਤੇ ਅੰਗਰੇਜ਼ੀ ਦੇ ਬਾਰੇ ਫਿਰ ਤੁਹਾਨੂੰ ਜਿਹੜਾ ਡਰ ਲੱਗਣਾ ਹੈ ਉਹ ਬੰਦ ਹੋ ਜਾਏਗਾ। ਸੋ ਇਸੇ ਤਰ੍ਹਾਂ ਨੇਮ ਦੇ ਨਾਲ, ਅਨੁਸ਼ਾਸਨ ਦੇ ਨਾਲ, ਲਗਨ ਨਾਲ ਆਪਣੀ ਤੁਸੀਂ ਪੜ੍ਹਾਈ ਕਰਦੇ ਚਲੋ। ਅਗਲੀ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।